बहुत पहला दी गल है। एक गरीब पर दिल दा अमीर मुंडा सी, नाम अलादीन। ਉਹ ਆਪਣੀ ਮਾਂ ਦੇ ਨਾਲ ਰਹਿੰਦਾ ਸੀ ਅਤੇ ਪੈਸੇ ਕਮਾਉਣ ਵਾਸਤੇ ਔਖੇ ਤੋਂ ਔਖੇ ਕੰਮ ਕਰਦਾ ਸੀ ਤਾਂ ਕਿ ਉਹਨਾਂ ਦਾ ਘਰ ਚੱਲ ਸਕੇ। ਇੱਕ ਦਿਨ ਬਾਜ਼ਾਰ ਵਿੱਚ ਵੇਚਣ ਵਾਸਤੇ ਕੇਲੇ ਲੈਣ ਲਈ ਉਹ ਬਹੁਤ ਦੂਰ ਇੱਕ ਥਾਂ ਜਾ ਰਿਹਾ ਸੀ। ਅਚਾਨਕ ਉਹਨੂੰ ਇੱਕ ਬੰਦਾ ਮਿਲਿਆ ਜਿਹਦੀ ਦਾੜੀ ਸੰਘਣੀ ਅਤੇ ਕੱਦ ਲੰਮਾ ਸੀ। ਉਹ ਆਪਣੇ ਹੱਥ 'ਚ ਸੋਨੇ ਦਾ ਸਿੱਕਾ ਦਿਖਾਉਂਦੇ ਹੋਏ ਬੋਲਿਆ, ਮੇਰੇ ਪੁੱਤਰ, ਮੈਂ ਤੇਰੇ ਪਿਓ ਦਾ ਬਚਪਨ ਦਾ ਦੋਸਤ ਹਾਂ। ਕੀ ਤੈਨੂੰ ਇਹ ਸੋਨੇ ਦਾ ਸਿੱਕਾ ਚਾਹੀਦਾ ਹੈ? सोने दा? ऐना तो मैं जिंदगी भर केले बेच बेच के भी नहीं कमा पावांगा। ਉਸ ਬੰਦੇ ਨੇ ਅਲਾਦੀਨ ਨੂੰ ਉੱਥੇ ਹੀ ਪੱਥਰ ਦੇ ਥੱਲੇ ਇੱਕ ਟੋਇਆ ਵਿਖਾਇਆ ਅਤੇ ਉਹਨੂੰ ਉੱਥੇ ਜਾਣ ਲਈ ਕਿਹਾ। ਅਲਾਦੀਨ ਨੂੰ ਇਹ ਕੰਮ ਬੜਾ ਸੌਖਾ ਲੱਗਿਆ। ਦੋਨਾਂ ਨੇ ਰਲ ਕੇ ਉਸ ਪੱਥਰ ਨੂੰ ਹਟਾਇਆ ਅਤੇ ਉੱਥੇ ਨਿਕਲੀ ਇੱਕ ਗੁਫਾ। ਆਪਣੀ ਨਿੱਕੀ ਜਿਹੀ ਕੱਦ ਕਾਠੀ ਨੂੰ ਲੈ ਕੇ ਅਲਾਦੀਨ ਉਸ ਦੇ ਅੰਦਰ ਚਲਾ ਗਿਆ ਅਤੇ ਉੱਥੇ ਪੌੜੀਆਂ ਤੋਂ ਉਤਰਦੇ ਹੋਏ ਥੱਲੇ ਜਾਂਦਾ ਰਿਹਾ। ਜਦੋਂ ਹੀ ਥੱਲੇ ਪਹੁੰਚਿਆ ਤਾਂ ਵੇਖਿਆ ਕਿ ਉਸ ਗੁਫਾ ਵਿੱਚ ਰੋਸ਼ਨੀ ਇੱਕ ਪੁਰਾਣੇ ਜਿਹੇ ਚਿਰਾਗ 'ਚੋਂ ਆ ਰਹੀ ਸੀ। ਉਹ ਚੌਂਕ ਗਿਆ ਜਦੋਂ ਉਹਨੇ ਵੇਖਿਆ ਉੱਥੇ ਪਿਆ ਖਜ਼ਾਨਾ, ਹੀਰੇ, ਮੋਤੀ, ਸੋਨਾ ਕੀ ਨਹੀਂ ਸੀ। ਇਹ ਸਭ ਦੇਖ ਹੀ ਰਿਹਾ ਸੀ ਅਲਾਦੀਨ ਕਿ ਉੱਪਰੋਂ ਇੱਕ ਆਵਾਜ਼ ਆਈ ਜਿਨੇ ਉਹਨੂੰ ਡਰਾ ਹੀ ਦਿੱਤਾ। ਕਾਕਾ, ਤੈਨੂੰ ਇੱਕ ਚਿਰਾਗ ਮਿਲਿਆ ਹੋਣਾ ਹੈ, ਉਹਨੂੰ ਬੁਝਾ ਕੇ ਮੇਰੇ ਕੋਲ ਲਿਆ, ਛੇਤੀ ਚੱਲ। ਅਲਾਦੀਨ ਨੂੰ ਅਜੀਬ ਲੱਗਿਆ ਕਿ ਇੰਨੀ ਸਾਰੀ ਧਨ ਦੌਲਤ ਨੂੰ ਛੱਡ ਕੇ ਉਸ ਬੰਦੇ ਨੂੰ ਚਾਹੀਦਾ ਹੈ ਸਿਰਫ ਇਹ ਪੁਰਾਣਾ ਜਿਹਾ ਚਿਰਾਗ। ਕੋਈ ਐਦਾਂ ਕਿਉਂ ਕਰੇਗਾ? ਹੁਣ ਅਲਾਦੀਨ ਨੂੰ ਡਰ ਲੱਗਣ ਲੱਗਿਆ। ਅਲਾਦੀਨ ਚਿਰਾਗ ਲੈ ਕੇ ਪੌੜੀਆਂ ਤੇ ਉੱਪਰ ਜਾਣ ਲੱਗਿਆ, ਪਰ ਇੰਨੇ 'ਚ ਉਹ ਬੰਦਾ ਚਿल्ला ਪਿਆ, ਦੇ ਮੈਨੂੰ ਇਹ ਚਿਰਾਗ ਛੇਤੀ ਨਾਲ। ਅਲਾਦੀਨ ਨੂੰ ਉਹਦਾ ਚੱਕਰ ਸਮਝ ਨਹੀਂ ਆ ਰਿਹਾ ਸੀ। ਪਹਿਲਾਂ ਮੈਨੂੰ ਇੱਥੋਂ ਬਾਹਰ ਕੱਢੋ। ਜੇ ਤੂੰ ਮੈਨੂੰ ਇਹ ਚਿਰਾਗ ਨਹੀਂ ਦਿੱਤਾ ਤਾਂ ਮੈਂ ਤੈਨੂੰ ਇਸੇ ਗੁਫਾ ਵਿੱਚ ਬੰਦ ਕਰ ਦਿਆਂਗਾ। ਹੁਣ ਅਲਾਦੀਨ ਨੂੰ ਸਮਝ ਆ ਗਿਆ ਕਿ ਉਹਦੇ ਇਰਾਦੇ ਨੇਕ ਨਹੀਂ। ਨਹੀਂ, ਪਹਿਲਾਂ ਮੈਨੂੰ ਇੱਥੋਂ ਬਾਹਰ ਕੱਢੋ। ਬੇਵਕੂਫ, ਹੁਣ ਤੇਰੀ ਖੈਰ ਨਹੀਂ। ਓਏ, ਬੰਦ ਨਾ ਕਰੋ ਮੈਨੂੰ। ਉਸ ਬੰਦੇ ਨੇ ਪੱਥਰ ਨਾਲ ਗੁਫਾ ਨੂੰ ਬੰਦ ਤਾਂ ਕਰ ਦਿੱਤਾ, ਪਰ ਉਹਦੀ ਮੁੰਦਰੀ ਥੱਲੇ ਡਿੱਗ ਗਈ ਅਤੇ ਪੁੱਜੀ ਅਲਾਦੀਨ ਕੋਲ। ਉਹਨੇ ਚੁੱਕਿਆ ਅਤੇ ਆਪਣੀ ਉਂਗਲੀ 'ਚ ਪਾ ਲਿਆ। ਪਾਉਂਦੇ ਹੀ ਗੁਫਾ ਦੇ ਅੰਦਰ ਬੱਦਲ ਜਿਹੇ ਹੋ ਗਏ ਅਤੇ ਉਹਦੇ 'ਚੋਂ ਨਿਕਲਿਆ ਇੱਕ ਵੱਡਾ ਜਿਹਾ ਜੀਵ। ਡਰ ਦੇ ਮਾਰੇ ਅਲਾਦੀਨ ਫੁੱਸ ਹੋ ਗਿਆ। जो भी चाहिदा है मंग ले, पर ध्यान रखी सिर्फ 3 चीज़ां ही मंग सकदा है, सिर्फ 3। मैं घर जाना है। पलक झपकते ही अलादीन अपने घर पहुंच गया। अलादीन नूं वेख के ओदी मां चीख पई। अलादीन ने मां नूं सारी कहानी दसी, ओ बंदा, ओ गुफा, ओ खजाना अते ओ चिराग। अलादीन उस चिराग तो तुल चाड़न ही लगा सी कि ओदे चों धुआं निकलिया अते पूरे कमरे च भर गया अते ओदे चों निकलिया जिनी। वाह जी वाह, हा कई वरियां तो मैं इस चिराग च बंद सी, तुसी मैनू कढ लिया। की मंग है थोड़ी हजूर? मंगो। ਇਹ ਹੁਣ ਕਿਹੜੀ ਨਵੀਂ ਮੁਸੀਬਤ ਹੈ? ਇਹੀ ਸੋਚ ਕੇ ਅਲਾਦੀਨ ਅਤੇ ਮਾਂ ਉਹਨੂੰ ਦੇਖਦੇ ਰਹੇ। ਜਿਨੀ ਫੇਰ ਬੋਲਿਆ, बोलो हुजूर, की फरमाइश है? ठीक है, मेरे लिए जाके स्वादिष्ट खाना लियाओ। ਅਚਾਨਕ ਇੱਕ ਖਾਣ ਦੀ ਟੇਬਲ ਆ ਗਈ ਅਤੇ ਫਿਰ ਉਹਦੇ ਉੱਤੇ ਸ਼ਾਨਦਾਰ ਖਾਣਾ, ਪੀਣ ਲਈ ਸ਼ਰਬਤ ਅਤੇ ਪੇਸਟਰੀਜ਼ ਅਤੇ ਇੱਕ ਫੂਲਦਾਨ ਵੀ। ਉਸ ਦਿਨ ਤੋਂ ਅਲਾਦੀਨ ਅਤੇ ਮਾਂ ਜੋ ਵੀ ਚਾਹੁੰਦੇ ਸੀ ਜਿੰਨੀ ਲਿਆ ਦਿੰਦਾ ਸੀ।
ਉਹ ਖੁਸ਼ੀ ਤੇ ਸ਼ੌਕ ਨਾਲ ਰਹਿਣ ਲੱਗ ਪਏ। ਐਦਾਂ ਹੀ ਵਕਤ ਗੁਜ਼ਰਦਾ ਰਿਹਾ। ਇੱਕ ਦਿਨ ਉਹ ਬਾਜ਼ਾਰ ਗਿਆ ਤਾਂ ਉਹਨੂੰ ਦਿਖੀ ਇੱਕ ਪਾਲਕੀ। ਪਤਾ ਲੱਗ ਗਿਆ ਕਿ ਉਹਦੇ ਵਿੱਚ ਸੀ ਬਾਦਸ਼ਾਹ ਦੀ ਬੇਟੀ ਪ੍ਰਿੰਸੈਸ ਜੈਸਮੀਨ। ਅਲਾਦੀਨ ਨੇ ਉਹਦਾ ਚਿਹਰਾ ਦੇਖਿਆ ਅਤੇ ਉਹਨੂੰ ਪਿਆਰ ਹੋ ਗਿਆ। ਉਹਨੇ ਮਾਂ ਨੂੰ ਜੈਸਮੀਨ ਦੇ ਬਾਰੇ ਦੱਸਿਆ। ਮਾਂ ਨੇ ਜਿੰਨੀ ਤੋਂ ਸੰਦੂਕ ਭਰ ਕੇ ਸੋਨਾ ਲਿੱਤਾ ਅਤੇ ਬਾਦਸ਼ਾਹ ਨੂੰ ਦੇਣ ਰਾਜ ਮਹਿਲ ਗਈ। ਉੱਥੇ ਦੇ ਸਿਪਾਹੀ ਉਹ ਸੰਦੂਕ ਬਾਦਸ਼ਾਹ ਕੋਲ ਲੈ ਗਏ ਅਤੇ ਬਾਦਸ਼ਾਹ ਨੇ ਖੁਸ਼ ਹੋ ਕੇ ਮਾਂ ਨੂੰ ਮਿਲਣ ਲਈ ਕਿਹਾ। ਮਾਂ ਨੇ ਉਹਨਾਂ ਨੂੰ ਆਪਣੇ ਪੁੱਤਰ ਦੇ ਪਿਆਰ ਬਾਰੇ ਦੱਸਿਆ ਤੇ ਬਾਦਸ਼ਾਹ ਨੇ ਚਾਹਿਆ ਕਿ ਅਲਾਦੀਨ ਆਪਣੀ ਅਮੀਰੀ ਤੇ ਤਾਕਤ ਨੂੰ ਸਾਬਤ ਕਰੇ। ਜੇ ਤੁਹਾਡਾ ਮੁੰਡਾ ਮੇਰਾ ਜਵਾਈ ਬਣਨਾ ਚਾਹੁੰਦਾ ਹੈ ਤਾਂ ਉਹਨੂੰ ਕਹੋ ਕਿ 40 ਨੌਕਰਾਂ ਦੇ ਹੱਥ 40 ਸੰਦੂਕ ਭੇਜੇ ਜੋ ਹੀਰੇ ਮੋਤੀ ਸੋਨੇ ਚਾਂਦੀ ਨਾਲ ਭਰੇ ਹੋਣ ਅਤੇ ਉਹਨਾਂ ਦੇ ਮਗਰ 40 ਸਿਪਾਹੀ ਹੋਣ ਉਹਨਾਂ ਦੀ ਸੁਰੱਖਿਆ ਲਈ। ਇਹ ਸੁਣ ਕੇ ਅਲਾਦੀਨ ਦੀ ਮਾਂ ਉਦਾਸ ਹੋ ਕੇ ਮੁੜ ਕੇ ਘਰ ਆ ਗਈ। ਉਹਨਾਂ ਨੂੰ ਯਕੀਨ ਸੀ ਕਿ ਜਿੰਨੀ ਇਹ ਸਭ ਤਾਂ ਨਹੀਂ ਦੇ ਪਾਵੇਗਾ। ਅਲਾਦੀਨ ਨੇ ਫੇਰ ਤੋਂ ਚਿਰਾਗ ਦੇ ਜਿੰਨੀ ਨੂੰ ਸੱਦਿਆ। बोलो हुजूर, की फरमाइश है? ਅਲਾਦੀਨ ਨੇ ਉਹਨੂੰ ਬਾਦਸ਼ਾਹ ਦੀ ਮੰਗ ਦੱਸੀ। ਇਹ ਸੁਣ ਕੇ ਜਿੰਨੀ ਨੇ ਤਾੜੀ ਮਾਰੀ ਅਤੇ ਉਥੋਂ ਦੇ ਉੱਥੇ ਹੀ ਖਜ਼ਾਨਾ ਲੈ ਕੇ 40 ਨੌਕਰ ਤੇ 40 ਸਿਪਾਹੀ ਪ੍ਰਗਟ ਹੋ ਗਏ। ਬਾਦਸ਼ਾਹ ਨੇ ਵੇਖਿਆ ਕਿ ਜੋ ਵੀ ਮੰਗਿਆ ਸੀ ਉਹਨਾਂ ਨੇ ਅਲਾਦੀਨ ਨੇ ਪੂਰਾ ਕਰ ਦਿੱਤਾ ਅਤੇ ਉਹ ਖੁਸ਼ ਹੋ ਗਏ। ਉਹਨਾਂ ਨੇ ਸੋਚਿਆ ਕਿੰਨਾ ਪੈਸਾ ਹੈ ਮੁੰਡੇ ਕੋਲ। ਮੈਂ ਚਾਹੁੰਦਾ ਹਾਂ ਕਿ ਮੇਰੀ ਧੀ ਇੱਕ ਮਹਿਲ ਵਰਗੇ ਘਰ 'ਚ ਰਹੇ। ਜੇ ਉਹਨੂੰ ਏਦਾਂ ਦਾ ਘਰ ਦੇ ਸਕਦੇ ਹੋ ਤਾਂ ਹੀ ਵਿਆਹ ਦੀ ਗੱਲ ਸੋਚੋ। ਅਲਾਦੀਨ ਨੇ ਬਾਦਸ਼ਾਹ ਦੀ ਇੱਛਾ ਜਿੰਨੀ ਨੂੰ ਦੱਸੀ। ਜਿੰਨੀ ਨੇ ਫੇਰ ਤੋਂ ਤਾੜੀ ਮਾਰੀ ਅਤੇ ਉਸੇ ਵੇਲੇ ਇੱਕ ਵੱਡਾ ਸ਼ਾਨਦਾਰ ਮਹਿਲ ਉਹਦੇ ਸਾਹਮਣੇ ਬਣ ਗਿਆ। ਅਲਾਦੀਨ ਨੂੰ ਭਰੋਸਾ ਨਹੀਂ ਹੋ ਰਿਹਾ ਸੀ। ਬਾਦਸ਼ਾਹ ਨੂੰ ਲੱਗਿਆ ਅਲਾਦੀਨ ਤੋਂ ਅਮੀਰ ਮੁੰਡਾ ਨਹੀਂ ਮਿਲੇਗਾ ਕਦੀ ਵੀ। ਉਹਨਾਂ ਦਾ ਵਿਆਹ ਧੂਮ-ਧਾਮ ਨਾਲ ਹੋਇਆ ਅਤੇ 3 ਦਿਨ ਤੱਕ ਜਸ਼ਨ ਚੱਲਦਾ ਰਿਹਾ। ਸਾਰਿਆਂ ਨੂੰ ਅਲਾਦੀਨ ਦੀ ਕਿਸਮਤ ਅਤੇ ਅਮੀਰੀ ਬਾਰੇ ਪਤਾ ਸੀ, ਪਰ ਅਲਾਦੀਨ ਅਤੇ ਉਹਦੀ ਮਾਂ ਨੇ ਜੈਸਮੀਨ ਨੂੰ ਜਿੰਨੀ ਦੇ ਬਾਰੇ ਨਹੀਂ ਦੱਸਿਆ। ਇੱਕ ਦਿਨ ਅਲਾਦੀਨ ਦੇ ਮਹਿਲ ਕੋਲ ਇੱਕ ਬੰਦਾ ਆਇਆ। ਪੁਰਾਣੇ ਚਿਰਾਗ ਦੇ ਦਿਓ, ਪੁਰਾਣੇ ਚਿਰਾਗ ਦੇ ਦਿਓ ਅਤੇ ਉਸ ਦੇ ਬਦਲੇ ਵਿੱਚ ਨਵੇਂ ਲੈ ਲਓ। ਪੁਰਾਣੇ ਚਿਰਾਗ ਦੇ ਦਿਓ ਅਤੇ ਨਵੇਂ ਲੈ ਲਓ। ਜੈਸਮੀਨ ਨੇ ਇਹ ਆਵਾਜ਼ ਸੁਣੀ। ਉਹਨੇ ਸੋਚਿਆ ਕਿ ਪੁਰਾਣੇ ਚਿਰਾਗ ਦੇ ਬਦਲੇ ਨਵਾਂ ਚਿਰਾਗ ਮਿਲ ਜਾਏ ਤਾਂ ਅਲਾਦੀਨ ਬਹੁਤ ਖੁਸ਼ ਹੋ ਜਾਵੇਗਾ। ਉਹਨੇ ਖੁਸ਼ੀ ਨਾਲ ਇੱਕ ਨਵਾਂ ਚਿਰਾਗ ਲੈ ਲਿੱਤਾ। ਇਹ ਬੰਦਾ ਕੋਈ ਹੋਰ ਨਹੀਂ ਬਲਕਿ ਉਹ ਸੀ ਜਿਹਨੇ ਸ਼ੁਰੂਆਤ ਵਿੱਚ ਅਲਾਦੀਨ ਨੂੰ ਗੁਫਾ ਵਿੱਚ ਬੰਦ ਕੀਤਾ ਸੀ। ਉਹਨੇ ਚਿਰਾਗ ਮਿਲਦੇ ਹੀ ਜਿਨੀ ਨੂੰ ਕਿਹਾ ਕਿ ਮਹਿਲ ਨੂੰ ਜੈਸਮੀਨ ਦੇ ਨਾਲ ਉਥੋਂ ਹਟਾ ਦਿੱਤਾ ਜਾਵੇ। ਅਲਾਦੀਨ ਜਦੋਂ ਉਸ ਸ਼ਾਮ ਮੁੜਿਆ, ਉਹਨੂੰ ਆਪਣਾ ਮਹਿਲ ਕਿਤੇ ਨਹੀਂ ਦਿਸਿਆ। ਉਹ ਸਮਝ ਗਿਆ ਕਿ ਕੁਝ ਗੜਬੜ ਹੋਈ ਹੈ। ਉਹ ਆਪਣੇ ਪੁਰਾਣੇ ਘਰ ਵਿੱਚ ਗਿਆ ਅਤੇ ਗੁਫਾ ਵਿੱਚ ਮਿਲੀ ਹੋਈ ਮੁੰਦਰੀ ਲੱਭੀ। ਉਹਨੂੰ ਉਂਗਲੀ ਵਿੱਚ ਪਾਉਂਦੇ ਹੀ ਉਹ ਵੱਡਾ ਜਿਹਾ ਜੀਵ ਫਿਰ ਹਾਜ਼ਰ ਹੋਇਆ। ਜੋ ਵੀ ਚਾਹੀਦਾ ਹੈ ਮੰਗ ਲੈ, ਪਰ ਧਿਆਨ ਰੱਖੀ ਸਿਰਫ 2 ਚੀਜ਼ਾਂ। ਮੈਨੂੰ ਜੈਸਮੀਨ ਦੇ ਕੋਲ ਲੈ ਚਲੋ। ਹੱਥੋਂ ਹੱਥ ਉਹ ਮਹਿਲ ਵਿੱਚ ਪਹੁੰਚ ਗਏ,
ਕੋਈ ਉਹਨੂੰ ਵੇਖ ਨਾ ਲਵੇ, ਇਸ ਕਰਕੇ ਉਹ ਲੁਕ ਗਿਆ। ਜੈਸਮੀਨ ਉਸੇ ਬੰਦੇ ਦੀ ਸੇਵਾ ਕਰ ਰਹੀ ਸੀ ਅਤੇ ਉਹ ਚਿਰਾਗ ਵੀ ਉਹਦੇ ਹੀ ਕੋਲ ਸੀ। ਲੁਕਦੇ ਲੁਕਦੇ ਅਲਾਦੀਨ ਨੇ ਉਹ ਮੁੰਦਰੀ ਫੇਰ ਤੋਂ ਪਾ ਲਈ। ਉਹ ਵੱਡਾ ਜਿਹਾ ਜੀ ਫੇਰ ਆ ਗਿਆ। ਜੋ ਵੀ ਚਾਹੀਦਾ ਹੈ ਮੰਗ ਲੈ, ਪਰ ਧਿਆਨ ਰੱਖੀ ਸਿਰਫ ਇੱਕ ਚੀਜ਼। ਉਸ ਬਦਮਾਸ਼ ਨੂੰ ਹਮੇਸ਼ਾ ਲਈ ਗਹਿਰੀ ਨੀਂਦ ਵਿੱਚ ਸੁਲਾ ਦਿਓ। ਛੇਤੀ ਛੇਤੀ ਉਹ ਭੱਜ ਕੇ ਜੈਸਮੀਨ ਦੇ ਕੋਲ ਆ ਗਿਆ, ਜਿਹੜੀ ਉਸ ਬੰਦੇ ਤੋਂ ਡਰੀ ਹੋਈ ਸੀ। ਅਲਾਦੀਨ ਨੂੰ ਵੇਖ ਕੇ ਉਹ ਬੜੀ ਖੁਸ਼ ਹੋਈ। ਹੁਣ ਅਲਾਦੀਨ ਨੇ ਜੈਸਮੀਨ ਨੂੰ ਪੂਰੀ ਕਹਾਣੀ ਸ਼ੁਰੂਆਤ ਤੋਂ ਦੱਸੀ ਅਤੇ ਜੈਸਮੀਨ ਸੁਣ ਸੁਣ ਕੇ ਚੌਂਕਦੀ ਰਹੀ। ਅਲਾਦੀਨ ਨੇ ਫੇਰ ਤੋਂ ਚਿਰਾਗ ਨੂੰ ਰਗੜਿਆ ਅਤੇ ਬਾਹਰ ਆਇਆ ਉਹੀ ਜਿਨੀ। ਕੀ ਮੰਗ ਹੈ ਤੁਹਾਡੀ ਹਜ਼ੂਰ? ਮੰਗੋ। ਇਸ ਬਦਮਾਸ਼ ਨੂੰ ਇੰਨੀ ਦੂਰ ਪਹੁੰਚਾ ਦਿਓ ਕਿ ਸਾਨੂੰ ਕਦੇ ਲੱਭ ਨਾ ਸਕੇ। ਅਤੇ ਉਹ ਬੰਦਾ ਅਚਾਨਕ ਗਾਇਬ ਹੋ ਗਿਆ। ਅਲਾਦੀਨ ਨੇ ਜਿਨੀ ਨੂੰ ਉਸ ਮਹਿਲ ਨੂੰ ਆਪਣੀ ਥਾਂ ਤੇ ਪਹੁੰਚਾਉਣ ਲਈ ਕਿਹਾ। ਮਹਿਲ ਅਸਮਾਨ 'ਚ ਉੜਦਾ ਹੋਇਆ ਆਪਣੀ ਪੁਰਾਣੀ ਥਾਂ ਤੇ ਪਹੁੰਚਿਆ ਅਤੇ ਉੱਥੇ ਪਹੁੰਚ ਕੇ ਅਲਾਦੀਨ ਆਪਣੀ ਮਾਂ ਦੇ ਕੋਲ ਸੀ। ਇੱਕ ਵਾਰੀ ਫੇਰ ਅਲਾਦੀਨ, ਉਹਦੀ ਮਾਂ ਅਤੇ ਜੈਸਮੀਨ ਨਾਲ ਨਾਲ ਰਹੇ, ਹਮੇਸ਼ਾ ਖੁਸ਼ੀ ਖੁਸ਼ੀ। ਕਈ ਸਾਲ ਪਹਿਲਾਂ ਇਸ ਧਰਤੀ ਦੇ ਦੂਰ ਦਰਾਜ਼ ਇਲਾਕੇ ਵਿੱਚ ਇੱਕ ਬਹੁਤ ਸੋਹਣੀ ਕੁੜੀ ਰਹਿੰਦੀ ਸੀ, ਸਿੰਡਰੈਲਾ। ਉਹਦੀ ਮਾਂ ਨੂੰ ਗੁਜ਼ਰੇ ਬਹੁਤ ਸਾਲ ਹੋ ਗਏ ਸੀ। ਉਹਦੇ ਪਿਓ ਨੇ ਹੀ ਉਹਨੂੰ ਪਾਲ ਪੋਸ ਕੇ ਵੱਡਾ ਕੀਤਾ ਸੀ। ਜਦ ਸਿੰਡਰੈਲਾ ਦੇ ਪਿਤਾ ਜੀ ਨੇ ਦੂਜਾ ਵਿਆਹ ਕੀਤਾ ਤਾਂ ਉਹਦੇ ਜੀਵਨ ਵਿੱਚ ਬਹੁਤ ਬਦਲਾਅ ਆਇਆ। ਉਸ ਦੇ ਪਿਓ ਦੀ ਨਵੀਂ ਘਰਵਾਲੀ ਤੇ ਉਹਦੀ 2 ਬੇਟੀਆਂ ਮਤਰੇਏ ਪਿਓ ਦੇ ਘਰ ਰਹਿਣ ਵਾਸਤੇ ਆ ਗਏ। ਪਹਿਲੀ ਵਾਰ ਜਦੋਂ ਉਹ ਮਿਲੇ, ਉਦੋਂ ਤੋਂ ਹੀ ਮਤਰੇਈ ਮਾਂ ਨੂੰ ਸਿੰਡਰੈਲਾ ਇੱਕ ਅੱਖ ਨਹੀਂ ਪਾਉਂਦੀ ਸੀ। ਉਹ ਤੇ ਉਹਦੀਆਂ ਬੇਟੀਆਂ ਸਿੰਡਰੈਲਾ ਦੀ ਖੂਬਸੂਰਤੀ ਨੂੰ ਵੇਖ ਕੇ ਅਤੇ ਦਇਆਲੂ ਦਿਲ ਤੋਂ ਬਹੁਤ ਜਲਨ ਕਰਦੇ ਸੀ। ਸਿੰਡਰੈਲਾ ਦੀਆਂ ਭੈਣਾਂ ਸਿੰਡਰੈਲਾ ਜਿੰਨੀਆਂ ਸੋਹਣੀਆਂ ਨਹੀਂ ਸਨ। ਐਨਾ ਹੀ ਨਹੀਂ, ਉਹ ਦੋਵੇਂ ਬਹੁਤ ਹੀ ਗੁੱਸੇ ਵਾਲੀਆਂ ਤੇ ਵਿਗੜੀਆਂ ਹੋਈਆਂ ਵੀ ਸੀ। ਇੱਕ ਦਿਨ ਕਿਸੇ ਕੰਮ ਕਰਕੇ ਸਿੰਡਰੈਲਾ ਦੇ ਪਿਓ ਨੂੰ ਲੰਮੀ ਯਾਤਰਾ ਤੇ ਜਾਣਾ ਪਿਆ ਅਤੇ ਇਹੀ ਉਹ ਸਮਾਂ ਸੀ ਜਦ ਸਿੰਡਰੈਲਾ ਦੀ ਮਤਰੇਈ ਮਾਂ ਤੇ ਉਹਦੀਆਂ ਭੈਣਾਂ ਨੇ ਉਹਦੇ ਜੀਵਨ ਨੂੰ ਨਰਕ ਬਣਾ ਦਿੱਤਾ। ਜਦ ਸਿੰਡਰੈਲਾ ਬਗੀਚੇ ਵਿੱਚ ਆਪਣੇ ਪਿਆਰੇ ਪੰਛੀਆਂ ਨਾਲ ਗੱਲਾਂ ਕਰ ਰਹੀ ਸੀ ਤਾਂ ਉਹਦੀ ਮਤਰੇਈ ਮਾਂ ਉਹਦੇ ਕੋਲ ਆਈ। ਅੱਜ ਤੋਂ ਬਾਅਦ ਤੂੰ ਇਸ ਬਾਲਕਨੀ ਵਿੱਚ ਰਹੇਂਗੀ, ਘਰ ਦੇ ਸਾਰੇ ਕੰਮ ਕਰੇਂਗੀ ਤੇ ਮੈਨੂੰ ਤੇਰਾ ਇਹਨਾਂ ਕੱਪੜਿਆਂ ਵਿੱਚ ਘੁੰਮਣਾ ਫਿਰਨਾ ਬਿਲਕੁਲ ਵੀ ਪਸੰਦ ਨਹੀਂ। ਸਿੰਡਰੈਲਾ ਨੂੰ ਪਤਾ ਨਹੀਂ ਸੀ ਇਸ ਤੇ ਕੀ ਜਵਾਬ ਦੇਵੇ। ਬੇਬਸ ਰੂਪ ਵਿੱਚ ਜਿਵੇਂ ਉਹਨੂੰ ਕਿਹਾ ਗਿਆ ਉਹਨੇ ਕੀਤਾ। ਉਸਨੇ ਆਪਣੀਆਂ ਚੀਜ਼ਾਂ ਚੱਕੀਆਂ ਤੇ ਬਾਲਕਨੀ ਵਿੱਚ ਚਲੀ ਗਈ। ਉਸ ਦਿਨ ਤੋਂ ਬਾਅਦ ਤੋਂ ਸਿੰਡਰੈਲਾ ਘਰ ਦੇ ਸਾਰੇ ਕੰਮ ਆਪ ਹੀ ਕਰ ਲਿਆ ਕਰਦੀ ਸੀ। ਉਹ ਬਹੁਤ ਥੱਕ ਜਾਂਦੀ, ਪਰ ਨਾ ਹੀ ਉਹਦੀ ਮਤਰੇਈ ਮਾਂ ਤੇ ਨਾ ਹੀ ਮਤਰੇਈ ਭੈਣਾਂ ਨੂੰ ਉਹਦੇ ਤੇ ਕੋਈ ਦਇਆ ਆਂਦੀ। ਫਰਸ਼ ਨੂੰ ਦੁਬਾਰਾ ਚੰਗੀ ਤਰ੍ਹਾਂ ਸਾਫ਼ ਕਰ, ਕੀ ਤੈਨੂੰ ਕੋਈ ਮਿੱਟੀ ਨਜ਼ਰ ਨਹੀਂ ਆਂਦੀ? ਕੀ ਤੂੰ ਹਾਲੇ ਤੱਕ ਕੱਪੜੇ ਵੀ ਨਹੀਂ ਧੋਤੇ? ਮੇਰੇ ਕੋਲ ਪਾਉਣ ਦੇ ਲਈ ਕੋਈ ਚੰਗੀ ਡਰੈਸ ਨਹੀਂ ਹੈਗੀ। ਸਿੰਡਰੈਲਾ ਦੇ ਕੋਲ ਚੂਹਿਆਂ ਅਤੇ ਖਿੜਕੀ ਤੇ ਆ ਕੇ ਬਹਿਣ ਵਾਲੇ ਪੰਛੀਆਂ ਤੋਂ ਇਲਾਵਾ ਕੋਈ ਦੋਸਤ ਨਹੀਂ ਸੀ। ਸਰਦੀ ਤੋਂ ਬਚਣ ਦੇ ਲਈ ਰਾਤ ਦੇ ਵੇਲੇ ਸਿੰਡਰੈਲਾ ਥੱਲੇ ਚਿਮਨੀ ਦੇ ਕੋਲ ਜਾ ਕੇ ਸੇਕ ਲੈਂਦੀ ਤੇ ਉੱਥੇ ਹੀ ਸੋ ਜਾਂਦੀ। ਇੰਝ ਹੀ ਦਿਨ ਗੁਜ਼ਰਦੇ ਗਏ। ਇੱਕ ਦਿਨ ਸ਼ਹਿਰ ਵਿੱਚ ਰਾਜ ਵੱਲੋਂ ਇੱਕ ਮੁਨਾਦੀ ਕੀਤੀ ਗਈ। ਸਾਡੇ ਰਾਜਕੁਮਾਰ ਵੱਲੋਂ ਮਹਿਲ ਵਿੱਚ ਇੱਕ ਦਾਵਤ ਦਾ ਇੰਤਜ਼ਾਮ ਕੀਤਾ ਗਿਆ ਹੈ। ਵਿਆਹ ਦੇ ਲਈ ਲਾਇਕ ਸਾਰੀ ਕੁੜੀਆਂ ਨੂੰ ਇਸ ਦਾਵਤ ਵਿੱਚ ਆਉਣ ਦਾ ਨਿਯੋਤਾ ਦਿੱਤਾ ਜਾਂਦਾ ਹੈ। ਜਿਵੇਂ ਹੀ ਮਤਰੇਈ ਭੈਣਾਂ ਨੇ ਇਹ ਗੱਲ ਸੁਣੀ, ਉਹ ਭੱਜਦੇ ਹੋਏ ਘਰ ਗਈਆਂ ਅਤੇ ਆਪਣੀ ਮਾਂ ਨੂੰ ਇਸ ਬਾਰੇ ਦੱਸਿਆ।
ਪਾਰਟੀ ਵਿੱਚ ਤੁਸੀਂ ਦੋਵੇਂ ਹੀ ਸਭ ਤੋਂ ਸੋਹਣੀਆਂ ਹੋਵਗੀਆਂ। ਰਾਜਕੁਮਾਰ ਨੂੰ ਤੁਹਾਡੇ ਦੋਵਾਂ ਵਿੱਚੋਂ ਹੀ ਇੱਕ ਨੂੰ ਚੁਣਨਾ ਚਾਹੀਦਾ ਹੈ। ਹਾਂ, ਇਸ ਤਰ੍ਹਾਂ ਅਸੀਂ ਸਾਰੇ ਮਹਿਲ ਵਿੱਚ ਰਹਿ ਸਕਾਂਗੇ, ਹੈ ਨਾ ਮਾਂ? ਮੈਨੂੰ ਤੁਹਾਡੇ ਦੋਵਾਂ ਦੇ ਲਈ ਗਾਊਨ ਤੇ ਜੁੱਤੇ ਖਰੀਦਣੇ ਹੋਣਗੇ। ਚਲੋ ਅਸੀਂ ਖਰੀਦਦਾਰੀ ਕਰਕੇ ਆਈਏ। ਮਤਰੇਈ ਮਾਂ ਤੇ ਭੈਣਾਂ ਬਾਹਰ ਚਲੀਆਂ ਗਈਆਂ। ਉੱਥੇ ਖੜੇ ਹੋ ਕੇ ਸਾਰੀਆਂ ਗੱਲਾਂ ਸੁਣਨ ਵਾਲੀ ਸਿੰਡਰੇਲਾ ਉਦਾਸ ਹੋ ਗਈ। ਕਈ ਦਿਨਾਂ ਤੋਂ ਤਿਆਰੀਆਂ ਚੱਲ ਰਹੀਆਂ ਸੀ। ਮਤਰੇਈ ਭੈਣਾਂ ਦੇ ਗਾਊਨ ਤਿਆਰ ਹੋ ਕੇ ਆ ਗਏ ਸੀ। ਹਰ ਰੋਜ਼ ਉਹ ਦੋਵੇਂ ਸ਼ੀਸ਼ੇ ਦੇ ਸਾਹਮਣੇ ਖੜੀਆਂ ਰਹਿੰਦੀਆਂ ਤੇ ਖੁਦ ਨੂੰ ਦੱਸਦੀਆਂ, ਅਸੀਂ ਪਾਰਟੀ ਵਿੱਚ ਸਭ ਤੋਂ ਸੋਹਣੀਆਂ ਕੁੜੀਆਂ ਹੋਵਾਂਗੀਆਂ। ਆਖਰ ਉਹ ਦਿਨ ਆ ਹੀ ਗਿਆ। ਮਤਰੇਈ ਭੈਣਾਂ ਅੱਜ ਛੇਤੀ ਉੱਠ ਗਈਆਂ ਸੀ। ਉਹਨਾਂ ਨੇ ਸਿੰਡਰੇਲਾ ਨੂੰ ਸੱਦਿਆ। ਸਿੰਡਰੇਲਾ, ਸਿੰਡਰੇਲਾ, ਛੇਤੀ ਇੱਥੇ ਆ। ਕਿੱਥੇ ਹੈ ਤੂੰ? ਛੇਤੀ ਸਾਡੇ ਨਹਾਉਣ ਦੀ ਤਿਆਰੀ ਕਰ। ਪੂਰਾ ਦਿਨ ਸਿੰਡਰੇਲਾ ਨੇ ਭੈਣਾਂ ਦੀ ਤਿਆਰ ਹੋਣ ਵਿੱਚ ਮਦਦ ਕੀਤੀ। ਜ਼ਰਾ ਹੌਲੀ ਹੌਲੀ ਬ੍ਰਸ਼ ਕਰ, ਮੇਰੇ ਸਾਰੇ ਵਾਲ ਤੋੜਨੇ ਨੇ ਕੀ? ਸ਼ਾਮ ਤੱਕ ਦੋਵੇਂ ਪਾਰਟੀ ਦੇ ਲਈ ਤਿਆਰ ਹੋ ਗਈਆਂ ਸੀ। ਤੁਸੀਂ ਦੋਵੇਂ ਬਹੁਤ ਸੋਹਣੀਆਂ ਲੱਗ ਰਹੀਆਂ ਹੋ। ਸਿੰਡਰੇਲਾ ਨੇ ਆਪਣੀ ਪੂਰੀ ਹਿੰਮਤ ਜੁਟਾ ਕੇ ਮਤਰੇਈ ਮਾਂ ਨੂੰ ਪੁੱਛਿਆ, ਕੀ ਮੈਂ ਵੀ ਪਾਰਟੀ ਵਿੱਚ ਆ ਸਕਦੀ ਹਾਂ? ਕੌਣ? ਤੂੰ? ਹਾਂ, ਉਹਨਾਂ ਨੇ ਸਾਰੀਆਂ ਜਵਾਨ ਕੁੜੀਆਂ ਨੂੰ ਬੁਲਾਇਆ ਹੈ। ਕੀ ਪਾਰਟੀ ਦੇ ਲਈ ਤੇਰੇ ਕੋਲ ਕੋਈ ਕੱਪੜੇ ਵੀ ਨੇ? ਰਾਜਕੁਮਾਰ ਨੂੰ ਆਪਣੇ ਲਈ ਰਾਣੀ ਚਾਹੀਦੀ ਹੈ, ਨੌਕਰਾਣੀ ਨਹੀਂ। ਚਲੋ ਕੁੜੀਓ, ਪਾਰਟੀ ਦੇ ਲਈ ਦੇਰ ਹੋ ਰਹੀ ਹੈ ਤੇ ਤੁਸੀਂ ਯਾਦ ਰੱਖਣਾ, ਸੌਣ ਤੋਂ ਪਹਿਲਾਂ ਸਾਰੇ ਕੰਮ ਹੋ ਜਾਣੇ ਚਾਹੀਦੇ ਨੇ। ਮਤਰੇਈ ਮਾਂ ਤੇ ਭੈਣਾਂ ਪਾਰਟੀ ਦੇ ਲਈ ਨਿਕਲ ਗਈਆਂ ਅਤੇ ਘਰ ਵਿੱਚ ਕੱਲੀ ਸਿੰਡਰੇਲਾ ਰੋਣ ਲੱਗੀ। ਮੈਂ ਪਾਰਟੀ ਵਿੱਚ ਕਿਉਂ ਨਹੀਂ ਜਾ ਸਕਦੀ? ਜੇ ਅੱਜ ਮੇਰੇ ਮਾਪਿਓ ਹੁੰਦੇ ਤਾਂ ਇਹ ਸਭ ਨਾ ਹੁੰਦਾ। ਉਸੇ ਵੇਲੇ ਇੱਕ ਚਮਕਦਾਰ ਰੌਸ਼ਨੀ ਨਜ਼ਰ ਆਈ। ਪਹਿਲਾਂ ਸਿੰਡਰੇਲਾ ਸਮਝ ਨਹੀਂ ਸਕੀ ਕਿ ਉਹ ਕੀ ਸੀ। ਉਹ ਰੌਸ਼ਨੀ ਨੂੰ ਇੱਕ ਟਕ ਵੇਖੀ ਜਾ ਰਹੀ ਸੀ ਤੇ ਅਚਾਨਕ ਉਸ ਰੌਸ਼ਨੀ ਦੇ ਵਿੱਚੋਂ ਇੱਕ ਖੂਬਸੂਰਤ ਪਰੀ ਨਜ਼ਰ ਆਈ। ਮੇਰੀ ਪਿਆਰੀ ਸਿੰਡਰੇਲਾ, ਰੋ ਨਾ, ਤੂੰ ਵੀ ਮਹਿਲ ਦੀ ਪਾਰਟੀ ਵਿੱਚ ਜਾਵੇਂਗੀ। ਸਿੰਡਰੇਲਾ ਨੂੰ ਆਪਣੀ ਅੱਖਾਂ ਤੇ ਯਕੀਨ ਨਹੀਂ ਹੋਇਆ। ਉਸਨੇ ਹੜਬੜਾ ਕੇ ਪੁੱਛਿਆ, ਕੀ ਮੈਂ ਜਾ ਸਕਦੀ ਹਾਂ? ਮੇਰੀ ਹਾਲਤ ਤਾਂ ਵੇਖੋ। ਚਿੰਤਾ ਨਾ ਕਰ, ਮੈਂ ਹਾਂ ਨਾ ਤੇਰੀ ਮਦਦ ਦੇ ਲਈ। ਮੈਨੂੰ ਇੱਕ ਕੱਦੂ ਤੇ 7 ਚੂਹੇ ਲਿਆ ਕੇ ਦੇ। ਸਿੰਡਰੇਲਾ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹਨੂੰ ਇਹ ਚੀਜ਼ਾਂ ਕਿਉਂ ਚਾਹੀਦੀਆਂ ਨੇ, ਪਰ ਉਸਨੇ ਉਹੀ ਕੀਤਾ ਜੋ ਉਹਨੂੰ ਕਿਹਾ ਗਿਆ। ਪਹਿਲਾਂ ਉਹ ਰਸੋਈ 'ਚ ਗਈ ਤੇ ਵੱਡਾ ਜਿਹਾ ਕੱਦੂ ਲੈ ਆਈ। ਫਿਰ ਉਹ ਬਾਲਕਨੀ ਵਿੱਚ ਗਈ ਤੇ ਆਪਣੇ ਚੂਹੇ ਦੋਸਤਾਂ ਨੂੰ ਲੈ ਕੇ ਫਿਰ ਤੋਂ ਥੱਲੇ ਆਈ। ਪਰੀ ਨੇ ਆਪਣੀ ਜਾਦੂਈ ਛੜੀ ਨਾਲ ਕੱਦੂ ਨੂੰ ਇੱਕ ਸੋਹਣੀ ਬੱਗੀ ਵਿੱਚ ਬਦਲ ਦਿੱਤਾ। ਫਿਰ ਉਹ ਚੂਹਿਆਂ ਵੱਲ ਮੁੜੀ। ਉਹਨਾਂ ਵਿੱਚੋਂ ਇੱਕ ਡਰਾਈਵਰ ਬਣ ਗਿਆ ਤੇ ਬਾਕੀ 6 ਸੋਹਣੇ ਚਿੱਟੇ ਘੋੜਿਆਂ ਵਿੱਚ ਬਦਲ ਗਏ। ਹੈਰਾਨ ਹੋਈ ਸਿੰਡਰੇਲਾ ਬੱਗੀ ਤੇ ਘੋੜਿਆਂ ਨੂੰ ਵੇਖ ਰਹੀ ਸੀ। ਉਸੇ ਵੇਲੇ ਪਰੀ ਉਹਦੇ ਵੱਲ ਮੁੜੀ। ਜਦ ਉਹਨੇ ਆਪਣੀ ਜਾਦੂਈ ਛੜੀ ਨਾਲ ਸਿੰਡਰੇਲਾ ਨੂੰ ਛੂਹਿਆ ਤਾਂ ਉਹਦੀ ਪੁਰਾਣੀ ਡਰੈਸ ਇੱਕ ਖੂਬਸੂਰਤ ਪਾਰਟੀ ਗਾਊਨ ਵਿੱਚ ਬਦਲ ਗਈ ਅਤੇ ਉਸ ਦੇ ਪੈਰਾਂ ਦੀਆਂ ਚੱਪਲਾਂ ਸੋਹਣੀਆਂ ਕੱਚ ਦੇ ਜੁੱਤੇ ਵਿੱਚ ਬਦਲ ਗਈਆਂ। ਮੈਂ ਰਾਜਕੁਮਾਰੀ ਦੀ ਤਰ੍ਹਾਂ ਨਜ਼ਰ ਆ ਰਹੀ ਹਾਂ। ਹੁਣ ਪਾਰਟੀ ਵਿੱਚ ਜਾਣ ਦਾ ਸਮਾਂ ਹੋ ਗਿਆ, ਪਰ ਭੁੱਲੀ ਨਾ, ਜਿਵੇਂ ਹੀ ਘੜੀ ਵਿੱਚ 12 ਵਜਣ ਤੂੰ ਘਰ ਚਲੀ ਆਈ, ਕਿਉਂਕਿ ਉਹਦੇ ਬਾਅਦ ਤੂੰ ਪਹਿਲਾਂ ਵਰਗੀ ਹੀ ਹੋ ਜਾਵੇਂਗੀ। ਸਿੰਡਰੇਲਾ ਨੇ ਪਰੀ ਦੀ ਗੱਲਾਂ ਨੂੰ ਧਿਆਨ ਨਾਲ ਸੁਣਿਆ। ਫਿਰ ਉਹ ਬੱਗੀ ਵਿੱਚ ਬੈਠੀ ਅਤੇ ਮਹਿਲ ਵੱਲ ਚੱਲ ਪਈ। ਉਸ ਦੀ ਸੋਹਣੀ ਬੱਗੀ ਮਹਿਲ ਦੇ ਸਾਹਮਣੇ ਜਾ ਕੇ ਰੁਕ ਗਈ। ਜਦ ਸਿੰਡਰੇਲਾ ਖੂਬਸੂਰਤ ਦਰਵਾਜ਼ਿਆਂ ਵਿੱਚੋਂ ਹੁੰਦੀ ਹੋਈ ਮਹਿਲ ਵਿੱਚ ਦਾਖਲ ਹੋਈ ਤਾਂ ਸਭ ਦੀਆਂ ਅੱਖਾਂ ਉਹਨੂੰ ਹੀ ਤੱਕ ਰਹੀਆਂ ਸਨ। ਉਹ ਬਹੁਤ ਸੋਹਣੀ ਤੇ ਖਾਨਦਾਨੀ ਨਜ਼ਰ ਆ ਰਹੀ ਸੀ।
ਉਹਦੀ ਮਤਰੇਈ ਮਾਂ ਤੇ ਮਤਰੇਈ ਭੈਣਾਂ ਵੀ ਐਨੀ ਸੋਹਣੀ ਕੁੜੀ ਨੂੰ ਵੇਖਦੀਆਂ ਹੀ ਰਹਿ ਗਈਆਂ। ਉਹ ਉਹਨੂੰ ਪਛਾਣ ਵੀ ਨਹੀਂ ਸਕੀਆਂ। ਅਚਾਨਕ ਪੌੜੀਆਂ ਤੇ ਰਾਜਕੁਮਾਰ ਨਜ਼ਰ ਆਇਆ। ਸਿੰਡਰੇਲਾ ਸੱਚਮੁੱਚ ਪਾਰਟੀ ਵਿੱਚ ਮੌਜੂਦ ਸਾਰੀ ਕੁੜੀਆਂ ਵਿੱਚੋਂ ਸਭ ਤੋਂ ਸੋਹਣੀ ਲੱਗ ਰਹੀ ਸੀ। ਰਾਜਕੁਮਾਰ ਨੂੰ ਪਹਿਲੀ ਨਜ਼ਰ ਵਿੱਚ ਇਸ ਐਨੀ ਸੋਹਣੀ ਕੁੜੀ ਨਾਲ ਪਿਆਰ ਹੋ ਗਿਆ। ਸਾਰੇ ਉਹਨੂੰ ਬੜੀ ਉਤਸੁਕਤਾ ਨਾਲ ਵੇਖ ਰਹੇ ਸੀ। ਰਾਜਕੁਮਾਰ ਹੌਲੀ-ਹੌਲੀ ਅੱਗੇ ਵਧਿਆ। ਮਤਰੇਈ ਭੈਣਾਂ ਬਹੁਤ ਖੁਸ਼ ਹੋਈਆਂ ਇਹ ਸੋਚ ਕੇ ਕਿ ਰਾਜਕੁਮਾਰ ਉਹਨਾਂ ਵੱਲ ਵੱਧ ਰਿਹਾ ਹੈ। ਉਹ ਮੇਰੇ ਵੱਲ ਆ ਰਿਹਾ ਹੈ। ਨਹੀਂ, ਉਹ ਮੇਰੇ ਕੋਲ ਆ ਰਿਹਾ ਹੈ। ਪਰ ਰਾਜਕੁਮਾਰ ਅੱਗੇ ਵਧਿਆ ਤੇ ਸਿੱਧਾ ਸਿੰਡਰੇਲਾ ਦੇ ਸਾਹਮਣੇ ਰੁਕ ਗਿਆ। हे ਸੁੰਦਰੀਏ, ਕੀ ਤੂੰ ਮੇਰੇ ਨਾਲ ਨੱਚਣਾ ਪਸੰਦ ਕਰੇਂਗੀ? ਸਿੰਡਰੇਲਾ ਨੇ ਬੜੇ ਅਦਬ ਨਾਲ ਹਾਂ ਕਿਹਾ। ਰਾਜਕੁਮਾਰ ਤੇ ਸਿੰਡਰੇਲਾ ਨੇ ਉਤਸੁਕਤਾ ਨਾਲ ਵੇਖ ਰਹੇ ਸਾਰੇ ਮਹਿਮਾਨਾਂ ਦੇ ਵਿੱਚ ਨੱਚਣਾ ਸ਼ੁਰੂ ਕੀਤਾ। ਸਿੰਡਰੇਲਾ ਸੰਗੀਤ ਤੇ ਨ੍ਰਿਤਯ ਤੋਂ ਇੰਨੀ ਪ੍ਰਭਾਵਿਤ ਹੋ ਗਈ ਕਿ ਉਹਨੂੰ ਲੱਗਿਆ ਜਿਵੇਂ ਮਹਿਲ ਵਿੱਚ ਰਾਜਕੁਮਾਰ ਤੇ ਉਹ ਬਸ ਦੋਵੇਂ ਹੀ ਨੇ। ਉਹ ਦੋਵੇਂ ਦੇਰ ਰਾਤ ਤੱਕ ਨੱਚਦੇ ਰਹੇ। ਸਿੰਡਰੇਲਾ ਨੂੰ ਪਤਾ ਹੀ ਨਹੀਂ ਚੱਲਿਆ ਕਿ ਕਿੰਨਾ ਵਕਤ ਗੁਜ਼ਰ ਗਿਆ ਹੈ। ਅਚਾਨਕ ਉਸ ਦੀ ਨਜ਼ਰ ਘੜੀ ਤੇ ਪਈ। ਅੱਧੀ ਰਾਤ ਹੋ ਚੁੱਕੀ ਸੀ। ਉਸੇ ਵੇਲੇ ਸਿੰਡਰੇਲਾ ਨੂੰ ਪਰੀ ਦੀ ਚੇਤਾਵਨੀ ਯਾਦ ਆਈ। ਜਿਵੇਂ ਹੀ ਘੜੀ ਵਿੱਚ 12 ਵਜਣ ਤੂੰ ਘਰ ਆ ਜਾਵੀਂ, ਕਿਉਂਕਿ ਉਸ ਦੇ ਬਾਅਦ ਤੂੰ ਪਹਿਲਾਂ ਵਰਗੀ ਹੋ ਜਾਵੇਂਗੀ। ਹੜਬੜੀ ਵਿੱਚ ਉਸਨੇ ਰਾਜਕੁਮਾਰ ਨੂੰ ਉੱਥੇ ਹੀ ਛੱਡਿਆ ਤੇ ਭੱਜਣ ਲੱਗੀ। ਜਦੋਂ ਮਹਿਲ ਦੀਆਂ ਪੌੜੀਆਂ ਉਤਰ ਰਹੀ ਸੀ, ਉਸਦੀ ਇੱਕ ਜੁੱਤੀ ਉੱਥੇ ਹੀ ਰਹਿ ਗਈ ਤੇ ਉਹਦੇ ਕੋਲ ਉਸਨੂੰ ਵਾਪਸ ਲੈਣ ਜਾਣ ਦਾ ਵੀ ਸਮਾਂ ਨਹੀਂ ਸੀ। ਜਿਵੇਂ ਹੀ ਉਹ ਬਾਹਰ ਪਹੁੰਚੀ, ਘੜੀ ਵਿੱਚ 12 ਵੱਜ ਗਏ ਅਤੇ ਫਿਰ ਤੋਂ ਸਭ ਕੁਝ ਉਵੇਂ ਹੀ ਹੋ ਗਿਆ ਜਿਵੇਂ ਪਹਿਲਾਂ ਸੀ। ਜਦ ਰਾਜਕੁਮਾਰ ਉਹਦੇ ਪਿੱਛੇ ਭੱਜਿਆ ਤਾਂ ਉਸਨੂੰ ਉਹ ਜੁੱਤੀ ਪੌੜੀਆਂ ਤੇ ਮਿਲੀ। ਲੱਭੋ ਕਿ ਇਸ ਜੁੱਤੀ ਦੀ ਮਾਲਕਣ ਕੌਣ ਹੈ। ਫਿਰ ਭਾਵੇਂ ਰਾਜ ਦੀ ਹਰੇਕ ਕੁੜੀ ਨੂੰ ਮਿਲਣਾ ਪਵੇ, ਉਸ ਨੂੰ ਲੱਭ ਕੇ ਲਿਆਓ। ਸਿੰਡਰੇਲਾ ਸਾਹ ਚੜੇ ਹੋਏ ਘਰ ਪਹੁੰਚੀ ਤੇ ਸਿੱਧੀ ਬਾਲਕਨੀ ਵਿੱਚ ਗਈ। ਉਹ ਰਾਜਕੁਮਾਰ ਦੇ ਨਾਲ ਗੁਜ਼ਾਰੇ ਗਏ ਸਮੇਂ ਬਾਰੇ ਸੋਚਣ ਲੱਗੀ। ਉਸਨੂੰ ਪਤਾ ਸੀ ਕਿ ਉਹਦੇ ਕੋਲ ਕੋਈ ਮੌਕਾ ਨਹੀਂ ਹੈ, ਪਰ ਫਿਰ ਵੀ ਉਸਨੂੰ ਰਾਜਕੁਮਾਰ ਨਾਲ ਪਿਆਰ ਹੋ ਗਿਆ ਸੀ। ਰਾਜਕੁਮਾਰ ਦੇ ਲਈ ਉਸ ਕੁੜੀ ਨੂੰ ਲੱਭਣਾ ਨਾਮੁਮਕਿਨ ਸੀ ਤੇ ਜੇ ਉਹ ਲੱਭ ਵੀ ਲੈਂਦਾ ਤਾਂ ਵੀ ਪਛਾਣ ਨਹੀਂ ਸਕਣਾ ਸੀ। ਰਾਜਕੁਮਾਰ ਦੇ ਆਦਮੀ ਰਾਜ ਦੇ ਘਰ ਘਰ ਜਾ ਕੇ ਉਸ ਜੁੱਤੀ ਦੀ ਮਾਲਕਣ ਨੂੰ ਲੱਭਣ ਲੱਗੇ, ਪਰ ਉਹ ਜੁੱਤੀ ਕਿਸੇ ਵੀ ਕੁੜੀ ਦੇ ਪੈਰ ਵਿੱਚ ਫਿੱਟ ਨਹੀਂ ਆ ਰਹੀ ਸੀ। ਆਖਰ ਵਿੱਚ ਰਾਜਕੁਮਾਰ ਦੇ ਆਦਮੀ ਸਿੰਡਰੇਲਾ ਦੇ ਘਰ ਪਹੁੰਚੇ। ਸਿੰਡਰੇਲਾ ਰਾਜਕੁਮਾਰ ਦੀ ਗੱਡੀ ਨੂੰ ਘਰ ਦੇ ਸਾਹਮਣੇ ਵੇਖ ਕੇ ਬਹੁਤ ਖੁਸ਼ ਹੋਈ। ਜਿਵੇਂ ਹੀ ਸਿੰਡਰੇਲਾ ਕਮਰੇ ਤੋਂ ਬਾਹਰ ਜਾਣ ਲੱਗੀ, ਉਸ ਦੀ ਮਤਰੇਈ ਮਾਂ ਉਹਨੂੰ ਦਰਵਾਜ਼ੇ ਤੇ ਖੜੀ ਨਜ਼ਰ ਆਈ। ਤੂੰ ਕਿੱਥੇ ਚੱਲ ਪਈ? ਤੂੰ ਵੀ ਜੁੱਤਾ ਪਾ ਕੇ ਵੇਖੇਂਗੀ ਕੀ? ਤਾਨਾ ਮਾਰਦੇ ਹੋਏ ਹੱਸਦੇ ਹੋਏ ਮਤਰੇਈ ਮਾਂ ਨੇ ਬਾਲਕਨੀ ਦਾ ਦਰਵਾਜ਼ਾ ਬੰਦ ਕਰ ਦਿੱਤਾ। ਨਹੀਂ, ਕਿਰਪਾ ਕਰਕੇ ਦਰਵਾਜ਼ਾ ਖੋਲੋ, ਕਿਰਪਾ ਕਰਕੇ। ਮੈਨੂੰ ਤਾਂ ਤੇਰੇ ਤੇ ਹਾਸਾ ਆ ਰਿਹਾ ਹੈ। ਰਾਜਕੁਮਾਰ ਤੇ ਤੇਰੇ ਵਿੱਚ ਕੀ ਮੁਕਾਬਲਾ? ਆਦਮੀ ਨੇ ਪਹਿਲਾਂ ਪਤਲੀ ਭੈਣ ਨੂੰ ਜੁੱਤੀ ਪਵਾਈ, ਪਰ ਉਹ ਉਹਦੇ ਪੈਰਾਂ ਦੇ ਲਈ ਬਹੁਤ ਛੋਟੀ ਸੀ। ਵੇਖੋ, ਇਹ ਮੇਰੇ ਪੈਰ ਵਿੱਚ ਕਿੰਨੀ ਚੰਗੀ ਤਰ੍ਹਾਂ ਨਾਲ ਆ ਗਈ ਹੈ। ਫਿਰ ਮੋਟੀ ਭੈਣ ਨੇ ਕੋਸ਼ਿਸ਼ ਕੀਤੀ, ਪਰ ਜੁੱਤੀ ਉਹਦੇ ਪੈਰਾਂ ਵਿੱਚ ਵੀ ਪੂਰੀ ਨਹੀਂ ਆ ਰਹੀ ਸੀ। ਸ਼ਾਇਦ ਸਾਨੂੰ ਦੂਜੇ ਪੈਰ ਵਿੱਚ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਨਾਕਾਮ ਰਹੀਆਂ। ਸਿੰਡਰੇਲਾ ਨੇ ਖਿੜਕੀ ਵੱਲ ਦੌੜਨ ਦੀ ਆਖਰੀ ਕੋਸ਼ਿਸ਼ ਕੀਤੀ, ਪਰ ਖਿੜਕੀ ਬਹੁਤ ਉੱਪਰ ਸੀ। ਉਹ ਰੋਣ ਲੱਗੀ। ਉਹਨੂੰ ਰੋਂਦਾ ਵੇਖ ਕੇ ਉਹਦੇ ਚੂਹੇ ਦੋਸਤ ਉਹਦੇ ਕੋਲ ਆਏ।
ਮੇਰੀ ਮਤਰੇਈ ਮਾਂ ਨੇ ਮੈਨੂੰ ਬੰਦ ਕਰ ਰੱਖਿਆ ਹੈ। ਚਾਬੀ ਉਸੇ ਦੇ ਕੋਲ ਹੋਵੇਗੀ। ਚੂਹਾ ਦਰਵਾਜ਼ੇ ਦੇ ਥਲਿਓਂ ਫਿਸਲ ਕੇ ਬਾਹਰ ਗਿਆ। ਮਤਰੇਈ ਮਾਂ ਦਰਵਾਜ਼ੇ ਤੇ ਰਾਜਕੁਮਾਰ ਦੇ ਆਦਮੀਆਂ ਦੇ ਨਾਲ ਖੜੀ ਹੋਈ ਸੀ। ਤੁਸੀਂ ਕੱਲ ਕਿਉਂ ਨਹੀਂ ਆ ਜਾਂਦੇ? ਅੱਜ ਉਹ ਬਹੁਤ ਥੱਕੀ ਹੋਈ ਹੈ ਤੇ ਉਹਦੇ ਪੈਰਾਂ ਵਿੱਚ ਵੀ ਸੋਜਸ਼ ਹੈ। ਚੂਹੇ ਨੇ ਮਤਰੇਈ ਮਾਂ ਦੀ ਸਕਰਟ ਤੋਂ ਖੁਦ ਦੀ ਚਾਬੀ ਕੱਢ ਲਈ ਤੇ ਉੱਪਰ ਵੱਲ ਦੀ ਦੌੜਿਆ। ਉਹਨੇ ਚਾਬੀ ਦਰਵਾਜ਼ੇ ਦੇ ਥੱਲਿਓਂ ਸਰਕਾਈ। ਚਾਬੀ ਵੇਖ ਕੇ ਸਿੰਡਰੇਲਾ ਬਹੁਤ ਖੁਸ਼ ਹੋਈ। ਦਰਵਾਜ਼ਾ ਖੋਲ ਕੇ ਉਹ ਛੇਤੀ ਨਾਲ ਥੱਲੇ ਵੱਲ ਭੱਜੀ। ਓਏ ਤੂੰ ਬਾਹਰ ਕਿਵੇਂ ਨਿਕਲ ਆਈ? ਕਿਰਪਾ ਕਰਕੇ ਰੁਕ ਜਾਓ, ਜਾਓ ਨਾ, ਮੈਂ ਵੀ ਜੁੱਤੀ ਪਾ ਕੇ ਵੇਖਣੀ ਹੈ। ਮਤਰੇਈ ਮਾਂ ਤੇ ਭੈਣਾਂ ਨੇ ਇਹ ਸੁਣ ਕੇ ਜ਼ੋਰ-ਜ਼ੋਰ ਨਾਲ ਹੱਸਣਾ ਸ਼ੁਰੂ ਕਰ ਦਿੱਤਾ। ਸ਼ਾਂਤ ਹੋ ਜਾਓ। ਇਹ ਰਾਜਕੁਮਾਰ ਦਾ ਹੁਕਮ ਹੈ ਕਿ ਰਾਜ ਦੀ ਹਰ ਇੱਕ ਕੁੜੀ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਦੋਂ ਸਿੰਡਰੇਲਾ ਨੇ ਜੁੱਤੀ ਪਾਈ, ਸਾਰੇ ਵੇਖ ਕੇ ਹੈਰਾਨ ਰਹਿ ਗਏ ਕਿਉਂਕਿ ਉਹ ਜੁੱਤੀ ਉਹਦੇ ਪੈਰਾਂ ਵਿੱਚ ਚੰਗੀ ਤਰ੍ਹਾਂ ਨਾਲ ਫਿੱਟ ਆ ਗਈ ਸੀ। ਸੁੰਦਰ ਕੁੜੀਏ, ਕੀ ਇਹ ਜੁੱਤੀ ਤੇਰੀ ਹੈ? ਸਿੰਡਰੇਲਾ ਨੇ ਗਰਦਨ ਹਿਲਾ ਕੇ ਹਾਮੀ ਭਰੀ। ਕਿਰਪਾ ਕਰਕੇ ਸਾਡੇ ਨਾਲ ਮਹਿਲ ਚੱਲੋ। ਸਿੰਡਰੇਲਾ ਉਹਨਾਂ ਦੇ ਨਾਲ ਮਹਿਲ ਵਿੱਚ ਗਈ ਅਤੇ ਉਹਨਾਂ ਨੇ ਉਸ ਨੂੰ ਰਾਜਕੁਮਾਰ ਦੇ ਸਾਹਮਣੇ ਪੇਸ਼ ਕੀਤਾ। ਜਿਵੇਂ ਹੀ ਰਾਜਕੁਮਾਰ ਨੇ ਸਿੰਡਰੇਲਾ ਦੀ ਅੱਖਾਂ ਵਿੱਚ ਵੇਖਿਆ, ਉਹ ਜਾਣ ਗਿਆ ਕਿ ਉਸ ਰਾਤ ਉਸਨੇ ਉਸੇ ਦੇ ਨਾਲ ਨ੍ਰਿਤ ਕੀਤਾ ਸੀ। ਉਸਨੇ ਸਿੰਡਰੇਲਾ ਦਾ ਹੱਥ ਫੜਿਆ। ਆਖਿਰ ਮੈਂ ਤੈਨੂੰ ਲੱਭੇ ਲਿਆ। ਕੀ ਤੂੰ ਮੇਰੇ ਨਾਲ ਵਿਆਹ ਕਰੇਂਗੀ? ਖੁਸ਼ੀ ਦੇ ਹੰਝੂ ਭਰੀਆਂ ਅੱਖਾਂ ਨਾਲ ਉਹਨੇ ਰਾਜਕੁਮਾਰ ਦਾ ਪ੍ਰਸਤਾਵ ਸਵੀਕਾਰ ਕਰ ਲਿਆ। ਉਹਨਾਂ ਨੇ ਵਿਆਹ ਕੀਤਾ ਤੇ ਖੁਸ਼ੀ ਨਾਲ ਜੀਵਨ ਬਿਤਾਉਣ ਲੱਗੇ। ਇੱਕ ਸਮੇਂ ਦੀ ਗੱਲ ਹੈ। ਇੱਕ ਰਾਜਾ ਸੀ ਜੋ ਆਪਣੀ 12 ਸੋਹਣੀਆਂ ਧੀਆਂ ਦੇ ਨਾਲ ਰਹਿੰਦਾ ਸੀ। ਉਹ 12 ਪ੍ਰਿੰਸੈਸ ਦੇ ਨਾਲ ਇੱਕ ਬਹੁਤ ਹੀ ਵੱਡੇ ਤੇ ਸੋਹਣੇ ਘਰ ਵਿੱਚ ਰਹਿੰਦਾ ਸੀ। ਰਾਜਾ ਆਪਣੀਆਂ ਧੀਆਂ ਦਾ ਪੂਰੇ ਦਿਲ ਨਾਲ ਖਿਆਲ ਰੱਖਦਾ ਸੀ ਅਤੇ ਜਦੋਂ ਵੀ ਉਹ ਰਾਤ ਨੂੰ ਸੌਣ ਜਾਂਦੀਆਂ ਸੀ ਤਾਂ ਉਹ ਕਿਸੇ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੰਦਾ ਸੀ। ਪਰ ਹਰ ਸਵੇਰੇ ਜਦੋਂ ਵੀ ਉਹ ਉੱਠਦੀਆਂ ਸੀ ਤਾਂ ਕੁਝ ਨਾ ਕੁਝ ਅਜੀਬ ਹੋ ਜਾਂਦਾ ਸੀ। ਇੰਜ ਲੱਗਦਾ ਸੀ ਜਿਵੇਂ ਉਹਨਾਂ ਪ੍ਰਿੰਸੈਸਿਸ ਦੀਆਂ ਜੁੱਤੀਆਂ ਨੂੰ ਕਿਸੇ ਨੇ ਸਾਰੀ ਰਾਤ ਪਾ ਕੇ ਨੱਚ ਕੇ ਰੱਖ ਦਿੱਤਾ ਹੋਵੇ। ਉਸ ਰਾਜਾ ਨੂੰ ਆਪਣੀ ਧੀਆਂ ਦੇ ਲਈ ਹਰ ਰੋਜ਼ ਨਵੀਆਂ ਜੁੱਤੀਆਂ ਖਰੀਦਣੀਆਂ ਪੈਂਦੀਆਂ ਸੀ ਅਤੇ ਅਗਲੇ ਹੀ ਦਿਨ ਉਹ ਸਾਰੀਆਂ ਜੁੱਤੀਆਂ ਫਿਰ ਤੋਂ ਇਸਤੇਮਾਲ ਕੀਤੀਆਂ ਹੁੰਦੀਆਂ ਸੀ। ਨਾ ਤੇ ਰਾਜਾ ਤੇ ਨਾ ਹੀ ਉਹਨਾਂ ਦੇ ਮਹਿਲ ਦੇ ਸਿਪਾਹੀ ਇਸ ਜੁੱਤੀਆਂ ਦੇ ਰਾਜ਼ ਨੂੰ ਸੁਲਝਾ ਪਾ ਰਹੇ ਸੀ। ਇਹ ਕਿਵੇਂ ਹੋ ਸਕਦਾ ਹੈ? ਕਿਵੇਂ ਇਹ ਜੁੱਤੀਆਂ ਦੀਆਂ ਜੋੜੀਆਂ ਇੱਕ ਹੀ ਰਾਤ ਵਿੱਚ ਪਾਈਆਂ ਹੋਈਆਂ ਲੱਗ ਰਹੀਆਂ ਹਨ? ਹੁਜ਼ੂਰ, ਸਾਨੂੰ ਵੀ ਸਮਝ ਨਹੀਂ ਆ ਰਿਹਾ। ਆਖਿਰ 'ਚ ਰਾਜਾ ਨੇ ਕਿਹਾ, ਜੋ ਵੀ ਕੋਈ ਮੇਰੀ ਬੇਟੀਆਂ ਦੀਆਂ ਜੁੱਤੀਆਂ ਦਾ ਰਾਜ਼ ਸੁਲਝਾਵੇਗਾ, ਉਸ ਦਾ ਵਿਆਹ ਮੈਂ ਆਪਣੀ ਕਿਸੇ ਵੀ ਇੱਕ ਧੀ ਨਾਲ ਕਰਵਾ ਦਿਆਂਗਾ। ਉਸ ਨੂੰ ਆਪਣਾ ਜਵਾਈ ਬਣਾ ਲਵਾਂਗਾ ਤੇ ਮੇਰੇ ਮਰਨ ਤੋਂ ਬਾਅਦ ਉਹੀ ਰਾਜਾ ਬਣੇਗਾ ਤੇ ਉਸ ਬੰਦੇ ਦੇ ਕੋਲ ਸਿਰਫ 3 ਦਿਨ ਤੇ 3 ਰਾਤਾਂ ਦਾ ਸਮਾਂ ਹੋਵੇਗਾ। ਨਹੀਂ ਤਾਂ ਉਸ ਨੂੰ ਆਪਣੀ ਬਾਕੀ ਜ਼ਿੰਦਗੀ ਜੇਲ੍ਹ ਵਿੱਚ ਕੱਟਣੀ ਪਵੇਗੀ। ਉਸ ਰਾਜ ਦੇ ਬਹੁਤ ਸਾਰੇ ਨੌਜਵਾਨ ਅਤੇ ਦੂਜੇ ਦੇਸ਼ਾਂ ਦੇ ਰਾਜਕੁਮਾਰ ਵੀ ਮਹਿਲ ਵਿੱਚ ਇਸ ਕੰਮ ਦੇ ਲਈ ਆਏ। ਕਈ ਦਿਨਾਂ ਤੱਕ ਉਹ ਉਹਨਾਂ 12 ਪ੍ਰਿੰਸੈਸ ਦੇ ਕਮਰੇ ਦੇ ਦਰਵਾਜ਼ੇ ਦੇ ਬਾਹਰ ਪਹਿਰਾ ਲਾਈ ਬੈਠੇ ਰਹੇ, ਪਰ ਸਮਾਂ ਗੁਜ਼ਰਦਾ ਗਿਆ ਤੇ ਕੋਈ ਵੀ ਇਸ ਰਾਜ਼ ਨੂੰ ਸੁਲਝਾ ਨਹੀਂ ਸਕਿਆ ਤੇ ਜੁੱਤੀਆਂ ਇਸੇ ਤਰ੍ਹਾਂ ਹਰ ਰਾਤ ਨੂੰ ਪਾਈਆਂ ਹੋਈਆਂ ਹੁੰਦੀਆਂ ਸਨ। ਆਖਰਕਾਰ ਇੱਕ ਨੇਕ ਦਿਲ ਦਾ ਨੌਜਵਾਨ ਇਸ ਕੰਮ ਦੇ ਲਈ ਅੱਗੇ ਆਇਆ ਤੇ ਫਿਰ ਉਹ ਮਹਿਲ ਦੇ ਵੱਲ ਚੱਲ ਪਿਆ। ਰਸਤੇ ਵਿੱਚ ਉਹ ਇੱਕ ਬੁੱਢੀ ਜਨਾਨੀ ਨੂੰ ਮਿਲਿਆ ਜੋ ਬਹੁਤ ਹੀ ਗਰੀਬ ਨਜ਼ਰ ਆ ਰਹੀ ਸੀ। ਮੇਰੇ ਪਿਆਰੇ ਪੁੱਤਰ, ਮੈਨੂੰ ਬਹੁਤ ਭੁੱਖ ਲੱਗੀ ਹੈ। ਕੀ ਤੂੰ ਮੈਨੂੰ ਖਾਣ ਲਈ ਕੁਝ ਦੇਵੇਂਗਾ? ਉਸ ਗੱਭਰੂ ਨੌਜਵਾਨ ਨੇ
ਆਪਣੇ ਬੈਗ ਵਿੱਚ ਪਿਆ ਸਾਰਾ ਖਾਣਾ ਉਸ ਗਰੀਬ ਬੁੱਢੀ ਜਨਾਨੀ ਨੂੰ ਦੇ ਦਿੱਤਾ। ਉਹ ਜਨਾਨੀ ਬਹੁਤ ਖੁਸ਼ ਹੋ ਗਈ ਕਿਉਂਕਿ ਉਸ ਤੋਂ ਪਹਿਲਾਂ ਉੱਥੋਂ ਜਿੰਨੇ ਵੀ ਲੋਕੀ ਗੁਜ਼ਰੇ ਸਨ ਉਹਨਾਂ ਵਿੱਚੋਂ ਕਿਸੇ ਨੇ ਵੀ ਉਸ ਨੂੰ ਕੁਝ ਨਹੀਂ ਦਿੱਤਾ ਸੀ। ਉਹ ਜਨਾਨੀ ਜਾਣਦੀ ਸੀ ਕਿ ਇਹ ਨੌਜਵਾਨ ਬਾਕੀ ਲੋਕਾਂ ਨਾਲੋਂ ਵੱਖ ਹੈ, ਇਸ ਲਈ ਉਸਨੇ ਖਾਣੇ ਦੇ ਬਦਲੇ ਉਸ ਨੌਜਵਾਨ ਨੂੰ ਇੱਕ ਜਾਦੂਈ ਕੇਪ ਦਿੱਤਾ। ਇਹ ਜਾਦੂਈ ਕੇਪ ਨੂੰ ਲੈ ਲੈ ਅਤੇ ਜਦੋਂ ਵੀ ਤੂੰ ਇਹਨੂੰ ਪਾਵੇਂਗਾ ਤੂੰ ਅਦ੍ਰਿਸ਼ ਹੋ ਜਾਵੇਂਗਾ। ਜਦੋਂ ਰਾਤ ਨੂੰ 12 ਵੱਜਣਗੇ ਤਾਂ ਤੂੰ ਇਸ ਕੇਪ ਨੂੰ ਪਾ ਕੇ ਗਾਇਬ ਹੋ ਜਾਵੀਂ। ਇਸ ਤਰ੍ਹਾਂ ਤੂੰ ਉਹਨਾਂ ਜੁੱਤੀਆਂ ਦੇ ਰਾਜ਼ ਨੂੰ ਸੁਲਝਾਉਣ ਵਿੱਚ ਕਾਮਯਾਬ ਹੋ ਜਾਵੇਂਗਾ। ਪਰ ਧਿਆਨ ਰਵੇ, ਉਹ ਪ੍ਰਿੰਸੈਸਿਸ ਤੈਨੂੰ ਕੁਝ ਵੀ ਪੀਣ ਨੂੰ ਦੇਣ ਤਾਂ ਉਹਨੂੰ ਨਾ ਪੀਵੀਂ। ਉਹ ਨੌਜਵਾਨ ਉਸ ਕੇਪ ਨੂੰ ਲੈ ਕੇ ਮਹਿਲ ਦੇ ਵੱਲ ਚੱਲ ਪਿਆ ਅਤੇ ਜਦੋਂ ਉਹ ਮਹਿਲ ਵਿੱਚ ਪਹੁੰਚਿਆ ਉਸਨੇ ਕਿਹਾ ਕਿ ਉਹ ਜੁੱਤੀਆਂ ਦੇ ਰਾਜ਼ ਨੂੰ ਸੁਲਝਾਉਣ ਆਇਆ ਹੈ। ਪਹਿਲੇ ਦਿਨ ਜਦੋਂ ਉਹਨਾਂ ਪ੍ਰਿੰਸੈਸ ਦੇ ਦਰਵਾਜ਼ੇ ਦੇ ਬਾਹਰ ਪਹਿਰਾ ਦੇ ਰਿਹਾ ਸੀ ਉਦੋਂ ਹੀ ਸਭ ਤੋਂ ਵੱਡੀ ਪ੍ਰਿੰਸੈਸ ਇੱਕ ਗਲਾਸ ਵਿੱਚ ਨਿੰਬੂ ਸ਼ਰਬਤ ਲੈ ਕੇ ਬਾਹਰ ਆਈ। ਤੁਹਾਨੂੰ ਪਿਆਸ ਲੱਗੀ ਹੋਵੇਗੀ ਨਾ? ਅਸੀਂ ਇਹ ਨਿੰਬੂ ਸ਼ਰਬਤ ਖਾਸ ਤੁਹਾਡੇ ਲਈ ਬਣਾਇਆ ਹੈ, ਇਹਨੂੰ ਸਵੀਕਾਰ ਕਰੋ। ਉਹ ਨੌਜਵਾਨ ਉਸ ਬੁੱਢੀ ਜਨਾਨੀ ਦੀ ਚੇਤਾਵਨੀ ਨੂੰ ਭੁੱਲ ਗਿਆ ਅਤੇ ਉਸਨੇ ਉਹ ਸ਼ਰਬਤ ਪੀ ਲਿਆ। ਸ਼ਰਬਤ ਨੂੰ ਪੀਂਦੇ ਸਾਰ ਉਹ ਗਹਿਰੀ ਨੀਂਦ ਵਿੱਚ ਚਲਾ ਗਿਆ। ਪੂਰੀ ਰਾਤ ਉਹ ਖਰਾਟੇ ਮਾਰਦੇ ਹੋਏ ਇੱਕ ਕਮਰੇ ਵਿੱਚ ਸੌਂ ਗਿਆ ਜੋ ਉਹਨਾਂ ਪ੍ਰਿੰਸੈਸ ਨੇ ਉਹਦੇ ਲਈ ਬਣਾ ਕੇ ਰੱਖਿਆ ਹੋਇਆ ਸੀ। ਜਦੋਂ ਸਵੇਰ ਹੋਈ ਤਾਂ ਉਹ ਨੌਜਵਾਨ ਡਰ ਕੇ ਖੜਾ ਹੋ ਗਿਆ। ਮੈਂ ਤਾਂ ਜਾਦੂਈ ਕੇਪ ਪਾ ਕੇ ਰਾਜਕੁਮਾਰੀ ਦੇ ਕਮਰੇ ਵਿੱਚ ਜਾਣਾ ਸੀ। ਦੂਜੀ ਰਾਤ ਉਹ ਫਿਰ ਤੋਂ ਪ੍ਰਿੰਸੈਸ ਦੇ ਕਮਰੇ ਦੇ ਬਾਹਰ ਪਹਿਰਾ ਦੇ ਰਿਹਾ ਸੀ। ਇਸ ਵਾਰ ਦੂਜੀ ਪ੍ਰਿੰਸੈਸ ਸ਼ਰਬਤ ਲੈ ਕੇ ਬਾਹਰ ਆਈ। ਉਸ ਨੌਜਵਾਨ ਨੂੰ ਪਹਿਰਾ ਦਿੰਦੇ ਦਿੰਦੇ ਕਾਫੀ ਪਿਆਸ ਲੱਗ ਰਹੀ ਸੀ ਅਤੇ ਉਹ ਰਾਤ ਦਾ ਇੰਤਜ਼ਾਰ ਕਰ ਰਿਹਾ ਸੀ। ਬਿਨਾਂ ਸੋਚੇ ਉਸਨੇ ਉਹ ਸ਼ਰਬਤ ਪੀ ਲਿਆ ਅਤੇ ਉਹ ਫਿਰ ਤੋਂ ਗਹਿਰੀ ਨੀਂਦ ਵਿੱਚ ਚਲਾ ਗਿਆ। ਅਗਲੀ ਸਵੇਰ ਜਦ ਉਹ ਜਾਗਿਆ ਤਾਂ ਉਸ ਨੂੰ ਉਸ ਬੁੱਢੀ ਜਨਾਨੀ ਦੀ ਗੱਲ ਯਾਦ ਆ ਗਈ। ਪਰ ਧਿਆਨ ਰਵੇ, ਉਹ ਪ੍ਰਿੰਸੈਸਿਸ ਤੈਨੂੰ ਕੁਝ ਵੀ ਪੀਣ ਨੂੰ ਦੇਣ ਤਾਂ ਉਹਨੂੰ ਨਾ ਪੀਵੀਂ। ਜ਼ਰੂਰ ਉਸ ਸ਼ਰਬਤ ਵਿੱਚ ਰਾਜਕੁਮਾਰੀ ਨੇ ਨੀਂਦ ਦੀ ਦਵਾਈ ਮਿਲਾਈ ਹੋਣੀ। ਉਸੇ ਵੇਲੇ ਰਾਜਾ ਉੱਥੇ ਪਹੁੰਚਿਆ। 2 ਦਿਨ ਬੀਤ ਗਏ ਤੇ ਤੂੰ ਹਾਲੇ ਤੱਕ ਉਹਨਾਂ ਜੁੱਤੀਆਂ ਦੇ ਰਾਜ਼ ਨੂੰ ਨਹੀਂ ਸੁਲਝਾਇਆ। ਜੇ ਤੂੰ ਅੱਜ ਰਾਤ ਵੀ ਇਹਨੂੰ ਨਹੀਂ ਸੁਲਝਾਇਆ ਤਾਂ ਤੈਨੂੰ ਬਾਕੀ ਦੀ ਜ਼ਿੰਦਗੀ ਜੇਲ੍ਹ ਵਿੱਚ ਕੱਟਣੀ ਪਏਗੀ। ਰਾਜਾ ਇਹ ਗੱਲ ਕਹਿ ਕੇ ਉੱਥੋਂ ਚਲਾ ਗਿਆ। ਉਸ ਨੌਜਵਾਨ ਨੂੰ ਅੱਜ ਕਿਸੇ ਵੀ ਕੀਮਤ ਤੇ ਉਸ ਰਾਜ਼ ਨੂੰ ਸੁਲਝਾਉਣਾ ਸੀ। ਉਸੇ ਰਾਤ ਆਖਰੀ ਵਾਰ ਉਹ ਫਿਰ ਤੋਂ ਪ੍ਰਿੰਸੈਸ ਦੇ ਕਮਰੇ ਦੇ ਬਾਹਰ ਪਹਿਰਾ ਦੇਣ ਲੱਗਿਆ। ਇਸ ਵਾਰ ਸਭ ਤੋਂ ਛੋਟੀ ਪ੍ਰਿੰਸੈਸ ਸੰਤਰੇ ਦਾ ਸ਼ਰਬਤ ਲੈ ਕੇ ਬਾਹਰ ਆਈ, ਪਰ ਇਸ ਵਾਰ ਉਹ ਨੌਜਵਾਨ ਚੁਕੰਨਾ ਸੀ ਅਤੇ ਜਦੋਂ ਪ੍ਰਿੰਸੈਸ ਉੱਥੋਂ ਚਲੀ ਗਈ ਉਸਨੇ ਉਸ ਸ਼ਰਬਤ ਨੂੰ ਗਮਲੇ ਵਿੱਚ ਸੁੱਟ ਦਿੱਤਾ। ਅੱਧੀ ਰਾਤ ਹੋ ਗਈ ਸੀ। ਉਸ ਨੌਜਵਾਨ ਨੇ ਜਾਦੂਈ ਕੇਪ ਪਾਇਆ ਅਤੇ ਗਾਇਬ ਹੋ ਗਿਆ। ਹੌਲੀ ਜਿਹੇ ਉਹਨੇ ਪ੍ਰਿੰਸੈਸ ਦੇ ਕਮਰੇ ਦਾ ਬੂਹਾ ਖੋਲ੍ਹਿਆ ਤੇ ਉਸਨੇ ਜੋ ਵੇਖਿਆ ਉਹ ਵੇਖ ਕੇ ਹੈਰਾਨ ਹੋ ਗਿਆ। ਸਾਰੀਆਂ ਪ੍ਰਿੰਸੈਸ ਆਪਣੇ ਸਭ ਤੋਂ ਸੋਹਣੇ ਬਾਲ ਗਾਊਨਸ ਪਾ ਕੇ, ਵਾਲਾਂ ਨੂੰ ਸੰਵਾਰ ਕੇ, ਮੇਕਅਪ ਕਰਕੇ ਨਵੀਆਂ ਜੁੱਤੀਆਂ ਪਾਈਆਂ ਹੋਈਆਂ ਸੀ। ਚਲੋ ਵੇਖਦੇ ਹਾਂ ਕਿ ਉਹ ਨੌਜਵਾਨ ਸੌਂ ਗਿਆ ਕਿ ਨਹੀਂ। ਇੱਕ ਪ੍ਰਿੰਸੈਸ ਨੇ ਦਰਵਾਜ਼ਾ ਖੋਲ ਕੇ ਬਾਹਰ ਝਾਂਕਿਆ ਅਤੇ ਦੂਜੀ ਨੇ ਦੀਵਾਰ ਤੇ ਆਪਣੇ ਕੰਨ ਲਾਏ। ਉਸੇ ਵੇਲੇ ਉਸ ਨੌਜਵਾਨ ਨੂੰ ਧਿਆਨ ਆਇਆ ਕਿ ਉਹਨੂੰ ਖਰਾਟਿਆਂ ਦੀ ਆਵਾਜ਼ ਕਰਨੀ ਹੋਵੇਗੀ। ਸਭ ਤੋਂ ਵੱਡੀ ਪ੍ਰਿੰਸੈਸ ਨੇ ਬੈੱਡ ਨੂੰ ਇੱਕ ਪਾਸੇ ਸਰਕਾ ਦਿੱਤਾ ਅਤੇ 3 ਵਾਰ ਤਾੜੀ ਵਜਾਈ। ਬੈੱਡ ਦੇ ਦੂਜੇ ਪਾਸਿਓਂ ਇੱਕ ਲੁਕਿਆ ਹੋਇਆ ਰਸਤਾ ਖੁੱਲ ਗਿਆ। ਉਸ ਨੌਜਵਾਨ ਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਇੱਕ ਕਰਕੇ ਸਾਰੀ ਪ੍ਰਿੰਸੈਸ ਉਸ ਰਸਤੇ ਤੋਂ ਬਾਹਰ ਗਈਆਂ ਅਤੇ ਨੌਜਵਾਨ ਵੀ ਉਹਨਾਂ ਦੇ ਪਿੱਛੇ ਚਲਾ ਗਿਆ। ਇਹ ਲੁਕਿਆ ਹੋਇਆ ਰਸਤਾ ਪੌੜੀਆਂ ਦੇ ਵੱਲ ਜਾ ਰਿਹਾ ਸੀ, ਜਿੱਥੋਂ 100 ਪੌੜੀਆਂ ਥੱਲੇ ਵੱਲ ਜਾ ਰਹੀਆਂ ਸਨ। ਉਦੋਂ ਹੀ ਉਸ ਨੌਜਵਾਨ ਦਾ ਪੈਰ
ਗਲਤੀ ਨਾਲ ਇੱਕ ਪ੍ਰਿੰਸੈਸ ਦੀ ਸਕਰਟ ਤੇ ਪੈ ਗਿਆ। ਓਹ, ਕਿਸੇ ਨੇ ਮੇਰੀ ਸਕਰਟ ਤੇ ਪੈਰ ਰੱਖਿਆ। ਓਹੋ, ਪਾਗਲ ਉਤੋਂ ਹੀ ਹੋਣੀ। ਜਦੋਂ ਪੌੜੀਆਂ ਖਤਮ ਹੋ ਗਈਆਂ ਤਾਂ ਉਹ ਜੰਗਲ ਵਿੱਚ ਪਹੁੰਚ ਗਈਆਂ। ਉਹ ਉੱਚੇ ਦਰਖਤਾਂ ਵਿੱਚੋਂ ਗੁਜ਼ਰ ਰਹੀਆਂ ਸਨ ਜਿਨ੍ਹਾਂ ਦੀਆਂ ਸੋਹਣੀਆਂ ਚਿੱਟੀਆਂ ਡਾਲਾਂ ਸਨ। ਨੌਜਵਾਨ ਨੇ ਇੱਕ ਡਾਲ ਤੋੜੀ ਤੇ ਉਹਨਾਂ ਦਾ ਪਿੱਛਾ ਕੀਤਾ। ਕਾਫੀ ਸਮਾਂ ਚੱਲਣ ਤੋਂ ਬਾਅਦ ਉਹ ਸਾਰੀਆਂ ਪ੍ਰਿੰਸੈਸ ਇੱਕ ਨਦੀ ਕਿਨਾਰੇ ਜਾ ਕੇ ਰੁਕ ਗਈਆਂ। ਉਸ ਨਦੀ ਵਿੱਚ 12 ਕਸ਼ਤੀਆਂ ਸਨ ਜਿਨ੍ਹਾਂ ਵਿੱਚ 12 ਪ੍ਰਿੰਸ ਉਹਨਾਂ ਦੀ ਰਾਹ ਵੇਖ ਰਹੇ ਸੀ। ਉਹ ਸਾਰੀਆਂ ਪ੍ਰਿੰਸੈਸ ਕਸ਼ਤੀ ਵਿੱਚ ਜਾ ਕੇ ਬਹਿ ਗਈਆਂ ਅਤੇ ਉਹ ਨੌਜਵਾਨ ਆਖਰੀ ਕਸ਼ਤੀ ਵਿੱਚ ਬਹਿ ਗਿਆ। ਕਿਸ਼ਤੀ ਅੱਜ ਕੁਝ ਭਾਰੀ ਲੱਗ ਰਹੀ ਹੈ, ਜਿਵੇਂ ਕੋਈ ਹੋਰ ਵੀ ਇਹਦੇ ਵਿੱਚ ਬੈਠਿਆ ਹੋਵੇ। ਅਜੀਬ ਹੈ। ਸੁਪਨੇ ਵੇਖਣਾ ਬੰਦ ਕਰ। ਨਦੀ ਪਾਰ ਕਰਕੇ ਉਹ ਸਾਰੇ ਇੱਕ ਵੱਡੇ ਚਮਕਦਾਰ ਮਹਿਲ ਵਿੱਚ ਪਹੁੰਚੇ ਅਤੇ ਉਹਨਾਂ ਨੂੰ ਅੰਦਰੋਂ ਸੰਗੀਤ ਸੁਣਾਈ ਦੇ ਰਿਹਾ ਸੀ। ਜਦੋਂ ਉਸ ਨੌਜਵਾਨ ਨੇ ਬਾਰੀ ਤੋਂ ਤੱਕਿਆ, ਉਸਨੇ ਵੇਖਿਆ ਕਾਫੀ ਲੋਕ ਅੰਦਰ ਨੱਚ ਰਹੇ ਸੀ। ਜਿਵੇਂ ਹੀ ਸਾਰੀਆਂ ਪ੍ਰਿੰਸੈਸ ਮਹਿਲ ਦੇ ਅੰਦਰ ਗਈਆਂ, ਉਹ ਨੱਚਣ ਲੱਗੀਆਂ। ਉਹ ਨੱਚਦੇ ਨੱਚਦੇ ਥੱਕ ਗਈਆਂ ਪਰ ਫਿਰ ਵੀ ਨੱਚਦੀਆਂ ਰਹੀਆਂ ਅਤੇ ਇਸੇ ਲਈ ਉਹਨਾਂ ਦੀਆਂ ਜੁੱਤੀਆਂ ਪਾਈਆਂ ਹੋਈਆਂ ਲੱਗ ਰਹੀਆਂ ਸੀ। ਨੌਜਵਾਨ ਆਪਣੀ ਭੁੱਖ ਨੂੰ ਬਰਦਾਸ਼ਤ ਨਹੀਂ ਕਰ ਪਾ ਰਿਹਾ ਸੀ, ਇਸੇ ਲਈ ਉਸਨੇ ਟੇਬਲ ਤੇ ਪਿਆ ਕੇਕ ਦਾ ਟੁਕੜਾ ਚੁੱਕ ਕੇ ਖਾ ਲਿਆ। ਸਭ ਤੋਂ ਛੋਟੀ ਪ੍ਰਿੰਸੈਸ ਨੇ ਇਹ ਵੇਖਿਆ। ਮੇਰਾ ਕੇਕ ਹਵਾ ਵਿੱਚ ਉੱਡ ਰਿਹਾ ਹੈ, ਜਿਵੇਂ ਕੋਈ ਅਦ੍ਰਿਸ਼ ਇਨਸਾਨ ਉਹਨੂੰ ਖਾ ਰਿਹਾ ਹੋਵੇ। ਬਕਵਾਸ ਬੰਦ ਕਰ। ਨੌਜਵਾਨ ਨੇ ਸਭ ਦੀਆਂ ਨਜ਼ਰਾਂ ਬਚਾ ਕੇ ਸੁਨਹਿਰਾ ਕੱਪ ਟੇਬਲ ਤੋਂ ਚੁੱਕਿਆ। ਪ੍ਰਿੰਸੈਸਿਸ ਸਵੇਰ ਹੋਣ ਤੱਕ ਨੱਚਦੀਆਂ ਰਹੀਆਂ। ਫਿਰ ਉਹ ਕਿਸ਼ਤੀ 'ਚ ਬਹਿ ਕੇ ਨਦੀ ਪਾਰ ਕਰ ਗਈਆਂ। ਜੰਗਲਾਂ ਵਿੱਚੋਂ ਗੁਜ਼ਰਦੇ ਹੋਏ, ਪੌੜੀਆਂ ਤੋਂ ਚੜ੍ਹਦੇ ਹੋਏ, ਆਖਰਕਾਰ ਉਹ ਆਪਣੇ ਮਹਿਲ ਵਿੱਚ ਫਿਰ ਤੋਂ ਪਹੁੰਚ ਗਈਆਂ। ਪਰ ਉਹਨਾਂ ਦੀਆਂ ਜੁੱਤੀਆਂ ਫਿਰ ਤੋਂ ਪਾਈਆਂ ਹੋਈਆਂ ਸੀ। ਉਹ ਨੌਜਵਾਨ ਬਹੁਤ ਖੁਸ਼ ਹੋਇਆ ਕਿਉਂਕਿ ਉਸਨੇ ਆਖਰ ਪਾਈਆਂ ਹੋਈਆਂ ਜੁੱਤੀਆਂ ਦਾ ਰਾਜ਼ ਜੋ ਸੁਲਝਾ ਲਿਆ ਸੀ। ਕੁਝ ਦੇਰ ਬਾਅਦ ਰਾਜਾ ਉਸ ਨੌਜਵਾਨ ਦੇ ਕੋਲ ਗਿਆ। तेरा वक्त आज खत्म हो गया। ਕੀ ਤੂੰ ਇਸ ਰਾਜ਼ ਨੂੰ ਸਮਝ ਸਕਿਆ? ਜੀ ਹਾਂ ਹੁਜ਼ੂਰ, ਮੈਨੂੰ ਪਤਾ ਚੱਲ ਗਿਆ। ਤੇ ਫਿਰ ਉਸਨੇ ਰਾਜਾ ਨੂੰ ਸਾਰੀ ਹਕੀਕਤ ਦੱਸੀ। ਰਾਜਾ ਨੇ ਪਹਿਲਾਂ ਉਹਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕੀਤਾ, ਪਰ ਜਦੋਂ ਨੌਜਵਾਨ ਨੇ ਰਾਜਾ ਨੂੰ ਜੰਗਲ ਤੋਂ ਲਿੱਤੀ ਹੋਈ ਚਿੱਟੀ ਡਾਲ ਤੇ ਚਮਕਦਾਰ ਮਹਿਲ ਤੋਂ ਲਿੱਤਾ ਹੋਇਆ ਸੁਨਹਿਰਾ ਕੱਪ ਵਿਖਾਇਆ ਤਾਂ ਰਾਜਾ ਨੂੰ ਯਕੀਨ ਹੋ ਗਿਆ ਕਿ ਉਹ ਸੱਚ ਬੋਲ ਰਿਹਾ ਸੀ। ਅਤੇ ਫਿਰ ਰਾਜਾ ਨੇ ਆਪਣਾ ਵਚਨ ਨਿਭਾਉਂਦੇ ਹੋਏ ਉਸ ਨੌਜਵਾਨ ਨੂੰ ਆਪਣੀ ਪਸੰਦ ਦੀ ਪ੍ਰਿੰਸੈਸ ਚੁਣ ਕੇ ਉਸ ਦੇ ਨਾਲ ਵਿਆਹ ਕਰਨ ਦੀ ਇਜਾਜ਼ਤ ਦੇ ਦਿੱਤੀ। ਨੌਜਵਾਨ ਨੇ ਕਿਹਾ ਕਿ ਉਹਨੂੰ ਸਭ ਤੋਂ ਛੋਟੀ ਪ੍ਰਿੰਸੈਸ ਨਾਲ ਵਿਆਹ ਕਰਨਾ ਹੈ। ਉਹ 12 ਪ੍ਰਿੰਸੈਸਿਸ ਖੁਸ਼ ਨਹੀਂ ਸੀ ਕਿਉਂਕਿ ਉਹਨਾਂ ਦਾ ਰਾਜ਼ ਹੁਣ ਸਭ ਨੂੰ ਪਤਾ ਚੱਲ ਗਿਆ ਸੀ। ਪਰ ਉਹ ਨੌਜਵਾਨ ਅਤੇ ਛੋਟੀ ਪ੍ਰਿੰਸੈਸ ਵਿਆਹ ਕਰਕੇ ਹੱਸਦੇ ਖੇਡਦੇ ਆਪਣੀ ਜ਼ਿੰਦਗੀ ਗੁਜ਼ਾਰਨ ਲੱਗੀ।